ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਹਿਆ, ਨਾਗੀ ਲੱਗੈ ਜਾਏ। ਆਪਣ ਹੱਥੀ ਆਪਣੇ, ਦੇ ਕੂਚਾ ਆਪੇ ਲਾਏ। ਮੰਤਰੀ ਹੋਏ ਅਠੂਹਿਆ, ਨਾਗੀ ਲੱਗੈ ਜਾਏ। ਆਪਣ ਹੱਥੀ ਆਪਣੇ, ਦੇ ਕੂਚਾ ਆਪੇ ਲਾਏ। ਹੁਕਮ ਪਿਆ ਤੁਰ ਖਸਮ ਕਾ, ਅਤੀ ਹੂੰ ਧੱਕਾ ਖਾਏ। ਗੁਰਮੁਖ ਸਿਉ ਮਨ ਮੁਖ ਅੜੈ, ਡੁਬੈ ਹਕ ਨਿਆਏ। ਦੁਹਾਂ ਸਿਰਿਆ ਆਪੇ ਖਸਮ, ਵੇਖੈ ਕਰ ਵਿਉ ਪਾਏ। ਨਾਨਕ ਏਵੈ ਜਾਣੀਐ, ਸਭ ਕਿਛ ਤਿਸਹਿ ਰਜਾਏ। ਦੁਹਾ ਸਿਰਿਆ ਆਪੇ ਖਸਮ, ਵੇਖੈ ਕਰ ਵਿਉ ਪਾਏ। ਨਾਨਕ ਏਵੈ ਜਾਣੀਐ, ਸਭ ਕਿਛ ਤਿਸਹਿ ਰਜਾਏ। ਮੰਤਰੀ ਹੋਏ ਅਠੂਹਿਆ, ਨਾਗੀ ਲੱਗੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆਪ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸਾਡੇ ਸਿੱਖਾਂ ਦੇ ਦੂਜੇ ਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਸੀ, ਜਦੋਂ ਭਾਈ ਲਹਿਣਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਪੁੱਜਿਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਪਾਰਖੂ ਦ੍ਰਿਸ਼ਟੀ ਦੁਆਰਾ ਭਾਈ ਲਹਿਣੇ ਦੀ ਪਰਖ ਕੀਤੀ ਤੇ ਨਾਲ ਹੀ ਪੁੱਛਿਆ, ਗੁਰਮੁਖਾ ਤੇਰਾ ਨਾਮ ਕੀ ਹੈ? ਭਾਈ ਲਹਿਣੇ ਨੇ ਆਖਿਆ, ਮੇਰਾ ਨਾਮ ਭਾਈ ਲਹਿਣਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ। ਕਹਿਣ ਲੱਗੇ, ਭਾਈ ਜੇ ਤੂੰ ਲੈਣਾ ਹੈ, ਤੂੰ ਲੈਣਦਾਰ ਹੈ ਤੇ ਅਸੀਂ ਦੇਣਦਾਰ ਹਾਂ। ਤੂੰ ਲੈਣਾ ਤੇ ਅਸਾਂ ਤੈਨੂੰ ਦੇਣਾ ਹੈ।
ਇਹ ਬਚਨ ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਪਹਿਲਾਂ ਹੀ ਉਚਾਰਨ ਕਰ ਦਿੱਤੇ ਸਨ। ਬਾਕੀ ਤੇ ਜੋ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੌਤਕ ਵਰਤਾਏ, ਸਿੱਖਾਂ ਪੁੱਤਰਾਂ ਕੋਖ ਕੈ ਸਭ ਉਮਤ ਵੇਖੈ ਜੇ ਕਿਉਨ, ਜਾਂ ਸੋ ਦੋਸ ਤਾਂ ਲਹਿਣਾ ਟਿਕਿਓਣ। ਉਹ ਤੇ ਸਿਰਫ ਇੱਕ ਸੰਸਾਰ ਦੀ ਮਰਜ਼ਾਦਾ ਪੂਰੀ ਕਰਨ ਲਈ ਕੀਤੇ ਸਨ। ਇਹ ਤੇ ਤੁਰਦਰਗਾਹ ਤੋਂ ਹੀ ਸਾਰੀਆਂ ਗੱਲਾਂ ਨੀਅਤ ਹੁੰਦੀਆਂ ਹਨ। ਸਿਆਣਪ ਕਾਹੂ ਕਾਮ ਨ ਆਤ, ਜੋ ਅਨਰੂਪਿਓ ਠਾਕੁਰ ਮੇਰਾ, ਹੋਏ ਰਹੀ ਉਹ ਬਾਤ। ਇਹ ਤੇ ਸਿਰਫ ਲੋਕਾਂ ਨੂੰ ਸਮਝਾਉਣ ਦੀ ਖਾਤਰ ਕੋਈ ਇਹ ਨਾ ਸੋਚ ਲਵੇ ਵੀ ਇੱਥੇ ਆ ਕੇ ਕੋਈ ਵਿਤਕਰਾ ਕੀਤਾ ਗਿਆ ਹੈ, ਕੋਈ ਪਕਸ਼ਪਾਤ ਕੀਤਾ ਗਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਆਖਰੀ ਪਰਖ ਕੀਤੀ, ਸੰਸੀ ਦਾ ਰੂਪ ਧਾਰਨ ਕੀਤਾ ਹੋਇਆ ਹੈ ਅਤੇ ਜੰਗਲ ਦੇ ਵਿੱਚ ਵਿਚਰ ਰਹੇ ਨੇ। ਨਾਲ ਇੱਕ ਕੁੱਤਾ, ਦੋ ਕੁੱਤੀਆਂ ਵੀ ਲਈਆਂ ਹੋਈਆਂ। ਗੁਰਸਿੱਖ ਆਉਂਦੇ ਨੇ, ਪੁੱਛਦੇ ਨੇ ਸਤਿਗੁਰੂ ਕਿੱਥੇ ਹਨ? ਤਾਂ ਜਵਾਬ ਮਿਲਦਾ ਹੈ ਗੁਰੂ ਮਹਾਰਾਜ ਤੇ ਜੰਗਲ ਦੇ ਵਿੱਚ ਨੇ। ਕਿਹੜੇ ਪਾਸੇ ਹਨ? ਫਲਾਨੀ ਦਿਸ਼ਾ ਵੱਲ ਹਨ। ਗੁਰਸਿੱਖ ਉੱਥੇ ਪਹੁੰਚ ਜਾਂਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਇੱਕ ਸਲੋਤਰ ਫੜਿਆ ਹੋਇਆ ਹੈ। ਜਿਹੜਾ ਵੀ ਗੁਰਸਿੱਖ ਸਤਿਗੁਰੂ ਦੇ ਕੋਲ ਆਉਂਦਾ ਹੈ, ਜਦੋਂ ਉਹ ਆ ਕੇ ਸਤਿਗੁਰੂ ਨੂੰ ਮੱਥਾ ਟੇਕਦਾ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਦੀ ਪਰਖ ਲਈ ਇੱਕ ਉਹ ਸਲੋਤਰ ਸੋਟਾ ਕੁਤਕਾ ਉਹਦੇ ਮੋਹਰਾਂ 'ਚ ਜੜ ਦਿੰਦੇ ਹਨ। ਬਹੁਤੇ ਸਿੱਖ ਹੈਰਾਨ ਹੋ ਗਏ ਬਈ ਇਹ ਕੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਗ ਵਰਤਾ ਰਹੇ ਹਨ। ਇਹ ਤੇ ਗੁਰਸਿੱਖਾਂ ਨੂੰ ਮਾਰਨ ਲੱਗ ਪਏ ਹਨ। ਬਹੁਤੇ ਸਿੱਖ ਡੋਲ ਗਏ। ਉਹਨਾਂ ਦੇ ਭਾਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਵਾਨੇ ਹੋ ਗਏ ਹਨ, ਮਸਤਾਨੇ ਹੋ ਗਏ ਹਨ। ਇਸ ਲਈ ਉਹਨਾਂ ਦੇ ਕੋਲ ਜਾਣ ਦਾ ਕੋਈ ਫਾਇਦਾ ਨਹੀਂ। ਪਰ ਕੁਝ ਸਿਦਕ ਵਾਲੇ ਵੀ ਸਨ। ਉਹਨਾਂ ਨੇ ਸਤਿਗੁਰੂ ਦਾ ਪਿੱਛਾ ਨਾ ਛੱਡਿਆ। ਸਤਿਗੁਰੂ ਉਹਨਾਂ ਨੂੰ ਨਾਲ ਲੈ ਕੇ ਹੋਰ ਅੱਗੇ ਸੰਘਣੇ ਜੰਗਲ ਵਿੱਚ ਚਲੇ ਗਏ। ਪੁੱਛਣ ਲੱਗੇ, ਭਾਈ ਤੁਸੀਂ ਦੱਸੋ, ਤੁਸੀਂ ਕੀ ਚਾਹੁੰਦੇ ਹੋ? ਸਾਨੂੰ ਜੀ ਮਾਇਆ ਦੀ ਲੋੜ ਹੈ। ਸਤਿਗੁਰੂ ਨੇ ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਇਆਂ ਦੇ ਢੇਰ ਲਾ ਦਿੱਤੇ। ਕਹਿੰਦੇ, ਭਾਈ ਜੇ ਤੇ ਗੁਰੂ ਦੇ ਨਾਲ ਪਿਆਰ ਹੈ ਫਿਰ ਤੇ ਸਾਡੇ ਕੋਲ ਰਹੋ। ਜਿਸ ਨੂੰ ਮਾਇਆ ਦੀ ਭੁੱਖ ਹੈ ਉਹ ਫਿਰ ਮਾਇਆ ਲੈ ਲਵੇ। ਬਹੁਤੇ ਸਿੱਖ ਜਿਹੜੇ ਮਾਇਆ ਦੇ ਭੁੱਖੇ ਸਨ, ਉਹਨਾਂ ਨੇ ਪੰਡਾਂ ਬੰਨ੍ਹ ਲਈਆਂ ਤੇ ਮਾਇਆ ਲੈ ਕੇ ਘਰਾਂ ਨੂੰ ਵਾਪਸ ਚਲੇ ਗਏ। ਕਿਉਂਕਿ ਦੋ ਹੀ ਤਾਂ ਦੁਨੀਆ ਦੇ ਵਿੱਚ ਸਾਧਨ ਹਨ। ਜਾਂ ਤੇ ਆਪਾਂ ਸਖਤੀ ਕਰਕੇ ਕਿਸੇ ਨੂੰ ਆਪਣੀ ਗੱਲ ਮਨਵਾ ਸਕਦੇ ਹਾਂ, ਜਾਂ ਫਿਰ ਲੋਭ ਲਾਲਚ ਦੇ ਨਾਲ ਕਿਸੇ ਨੂੰ ਗੁਰੂ ਤੋਂ ਦੂਰ ਕੀਤਾ ਜਾ ਸਕਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੀ ਪਰਖ ਕਰ ਰਹੇ ਹਨ। ਇਹਨਾਂ ਵਿੱਚੋਂ ਕਿਹੜਾ ਪਰਖ ਦੇ ਵਿੱਚ ਪੂਰਾ ਉਤਰਦਾ ਹੈ, ਇਹ ਤੇ ਫਿਰ ਸਮਾਂ ਹੀ ਇਸ ਗੱਲ ਦਾ ਫੈਸਲਾ ਕਰੇਗਾ। ਅਖੀਰ ਕੁਝ ਕੁਤਕਿਆਂ ਤੋਂ ਡਰਦੇ ਮਾਰੇ ਤੇ ਕੁਝ ਲਾਲਚ ਦੇ ਵਿੱਚ ਆ ਕੇ ਤਕਰੀਬਨ ਸਾਰੇ ਹੀ ਸਿੱਖ ਵਾਪਸ ਚਲੇ ਗਏ। ਕੇਵਲ ਉਂਗਲਾਂ ਤੇ ਗਿਣਵੇਂ 5 ਸਿੱਖ ਹੀ ਰਹਿ ਗਏ, ਜਿਹੜੇ ਨਾ ਕੁੱਟ ਤੋਂ ਡਰੇ ਤੇ ਨਾ ਮਾਇਆ ਦੇ ਲਾਲਚ ਵਿੱਚ ਫਸੇ। ਉਹ 5 ਸਿੱਖ ਕਿਹੜੇ ਸਨ, ਉਹਨਾਂ ਦੇ ਬਾਰੇ ਇਤਿਹਾਸ ਵਿੱਚ ਲਿਖਿਆ ਹੈ। ਇੱਕ ਭਾਈ ਮਨਸੁਖ, ਦੂਸਰੇ ਭਾਈ ਭਗੀਰਥ ਤੇ ਤੀਸਰੇ ਭਾਈ ਸਾਧਾਰਨ ਜੀ ਤੇ ਚੌਥੇ ਭਾਈ ਬੁੱਢਾ ਸਾਹਿਬ ਸਨ ਤੇ ਪੰਜਵੇਂ ਸਨ ਭਾਈ ਲਹਿਣਾ ਜੀ। ਇਹ 5 ਸਿੱਖ ਸਤਿਗੁਰੂ ਦੇ ਪਾਸ ਰਹਿ ਗਏ। ਇਹ ਸਾਰੇ ਦੇ ਸਾਰੇ ਨਾਮ ਰਸੀਏ, ਆਤਮਦਰਸ਼ੀ ਤੇ ਬ੍ਰਹਮ ਗਿਆਨੀ ਸਨ। ਇਹਨਾਂ ਦੇ ਮਨ ਨਹੀਂ ਡੋਲੇ। ਪਰ ਹੁਣ ਸਤਿਗੁਰੂ ਨੇ ਸੋਚਿਆ ਵੀ ਹੁਣ ਇਹ ਸਾਰੇ ਬ੍ਰਹਮ ਗਿਆਨੀ ਹਨ ਤੇ ਹੁਣ ਇਹਨਾਂ ਦੀ ਵੀ ਪਰਖ ਹੋਣੀ ਚਾਹੀਦੀ ਹੈ। ਕੱਲ ਨੂੰ ਇਹਨਾਂ ਦੇ ਮਨ ਦੇ ਵਿੱਚ ਵੀ ਕਦੇ ਕੋਈ ਭੁਲੇਖਾ ਨਾ ਪੈ ਸਕੇ ਵੀ ਅਸੀਂ ਵੀ ਤੇ ਗੁਰਤਾ ਦੇ ਯੋਗ ਸੀ, ਸਾਨੂੰ ਗੁਰਤਾ ਕਿਉਂ ਨਹੀਂ ਮਿਲੀ।
ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਇਹਨਾਂ ਦੀ ਵੀ ਪਰਖ ਕੀਤੀ। ਹੋਰ ਅੱਗੇ ਸੰਘਣੇ ਜੰਗਲ ਵਿੱਚ ਚਲੇ ਗਏ ਹਨ। ਉੱਥੇ ਜਾ ਕੇ ਸਤਿਗੁਰੂ ਨੇ ਕੀ ਕੌਤਕ ਵਰਤਾਇਆ। ਉੱਥੇ ਇੱਕ ਪਾਸੇ ਲੱਕੜਾਂ ਦਾ ਢੇਰ ਲੱਗਿਆ ਹੋਇਆ ਹੈ, ਦੂਜੇ ਪਾਸੇ ਇੱਕ ਮੁਰਦਾ ਪਿਆ ਹੋਇਆ ਨਜ਼ਰ ਆਇਆ ਹੈ, ਜਿਹਦੇ ਉੱਤੇ ਚਿੱਟਾ ਨਵਾਂ ਬਸਤਰ ਪਾਇਆ ਹੋਇਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਮੁਰਦੇ ਦੇ ਪਾਸ ਜਾ ਕੇ ਖਲੋ ਗਏ। ਇਹਨਾਂ 5 ਸਿੱਖਾਂ ਨੂੰ ਵੀ ਆਪਣੇ ਸਾਹਮਣੇ ਖੜੇ ਕਰ ਲਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਬਈ ਤੁਸੀਂ ਦੱਸੋ ਤੁਸੀਂ ਕੀ ਚਾਹੁੰਦੇ ਹੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹਨਾਂ ਬੇਨਤੀ ਕੀਤੀ, ਮਹਾਰਾਜ ਅਸੀਂ ਤੇ ਆਪ ਜੀ ਦੀ ਪ੍ਰਸੰਨਤਾ ਚਾਹੁੰਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਤੁਸੀਂ ਸਾਡੀ ਪ੍ਰਸੰਨਤਾ ਚਾਹੁੰਦੇ ਹੋ ਫਿਰ ਤੁਹਾਨੂੰ ਮੁਰਦਾ ਖਾਣਾ ਪਵੇਗਾ। ਇੱਕ ਸਭ ਤੋਂ ਆਖਰੀ ਪਰਖ ਸੀ ਤੇ ਸਭ ਤੋਂ ਔਖੀ ਪਰਖ ਵੀ ਸੀ। ਹੁਣ ਮੁਰਦਾ ਕੌਣ ਖਾਵੇ। ਬ੍ਰਹਮ ਗਿਆਨੀਆਂ ਦੇ ਮਨ ਵੀ ਡੋਲ ਗਏ ਵੀ ਇਹ ਕੈਸਾ ਸਤਿਗੁਰੂ ਮਹਾਰਾਜ ਨੇ ਸੰਗ ਵਰਤਾਇਆ ਹੈ। ਬਾਬਾ ਬੁੱਢਾ ਸਾਹਿਬ ਜੀ ਭਾਵੇਂ ਬ੍ਰਹਮ ਗਿਆਨੀ ਸਨ, ਪਰ ਉਹਨਾਂ ਨੇ ਖੁਦ ਮੰਨਿਆ, ਜਦੋਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੁੱਛਿਆ ਸੀ ਕਿ ਬਾਬਾ ਜੀ ਸਾਨੂੰ ਉਹ ਪ੍ਰਸੰਗ ਦੱਸੋ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੀ ਪਰਖ ਕੀਤੀ। ਉੱਥੇ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਖੁਦ ਮੰਨਿਆ ਕਿ ਅਸੀਂ ਵੀ ਉਸ ਵੇਲੇ ਝਾੜੀਆਂ ਦੇ ਓਲੇ ਲੁਕ ਗਏ। ਇਸ ਗੁਰੂ ਦੀ ਪਰਖ ਦੇ ਵਿੱਚ ਅਸੀਂ ਵੀ ਫੇਲ ਹੋਏ। ਉਸ ਵੇਲੇ ਕੇਵਲ ਭਾਈ ਲਹਿਣਾ ਹੀ ਗੁਰੂ ਮਹਾਰਾਜ ਦੇ ਸਾਹਮਣੇ ਖੜਾ ਹੈ। ਸਤਿਗੁਰੂ ਕਹਿਣ ਲੱਗੇ, ਗੁਰਮੁਖਾ ਤੂੰ ਕਿਵੇਂ ਖੜਾ ਹੈ। ਭਾਈ ਲਹਿਣੇ ਨੇ ਆਖਿਆ, ਮਹਾਰਾਜ ਮੈਂ ਜਾਵਾਂ ਤੇ ਕਿਧਰ ਜਾਵਾਂ, ਮੇਰੇ ਲਈ ਤੁਹਾਡੇ ਬਿਨਾਂ ਕੋਈ ਹੋਰ ਜਗ੍ਹਾ ਹੀ ਨਹੀਂ, ਕੋਈ ਟਿਕਾਣਾ ਹੀ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਤੇਰਾ ਇੰਨਾ ਹੀ ਸਾਡੇ ਨਾਲ ਪ੍ਰੇਮ ਹੈ ਤੇ ਫਿਰ ਸਾਡਾ ਬਚਨ ਮੰਨ। ਦੱਸੋ ਮਹਾਰਾਜ ਕੀ ਬਚਨ ਹੈ। ਸਤਿਗੁਰੂ ਕਹਿੰਦੇ, ਮੁਰਦਾ ਖਾ। ਭਾਈ ਲਹਿਣੇ ਨੇ ਸਤਿਗੁਰੂ ਦੇ ਬਚਨ ਨੂੰ ਪ੍ਰਵਾਨ ਕੀਤਾ। ਉਸ ਮੁਰਦੇ ਦੇ ਪਾਸ ਜਾ ਕੇ ਖਲੋ ਗਏ। ਕਹਿਣ ਲੱਗੇ, ਸਤਿਗੁਰੂ ਕੀ ਹੁਕਮ ਹੈ, ਕਿੰਨਾ ਖਾਵਾਂ, ਕਿੱਥੋਂ ਤੱਕ ਖਾਵਾਂ, ਕਿਵੇਂ ਖਾਵਾਂ। ਤੇ ਸਤਿਗੁਰੂ ਕਹਿਣ ਲੱਗੇ, ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰਾ ਹੀ ਮੁਰਦਾ ਖਾਣਾ ਪਵੇਗਾ। ਭਾਈ ਲਹਿਣੇ ਦਾ ਮਨ ਨਹੀਂ ਡੁੱਲਿਆ। ਕਹਿਣ ਲੱਗਾ, ਗੁਰੂ ਦੀ ਬਖਸ਼ਿਸ਼ ਹੋ ਰਹੀ ਹੈ, ਗੁਰੂ ਦੀ ਰਹਿਮਤ ਵਰਸ ਰਹੀ ਹੈ, ਇਸ ਲਈ ਮੈਨੂੰ ਕੋਈ ਹਰਜ ਨਹੀਂ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਗੁਰਸਿੱਖਾਂ ਦੇ ਅੰਦਰ ਵੀ ਤੇ ਸਤਿਗੁਰੂ ਆਪ ਹੀ ਵਰਤ ਰਿਹਾ ਹੈ ਨਾ। ਤੇ ਭਾਈ ਲਹਿਣੇ ਨੇ ਜਦੋਂ ਉਸ ਮੁਰਦੇ ਤੋਂ ਬਸਤਰ ਉਤਾਰਿਆ ਤਾਂ ਕੀ ਵੇਖਿਆ, ਉੱਥੇ ਤਾਂ ਕੜਾ ਪ੍ਰਸ਼ਾਦ ਸੀ। ਪ੍ਰਸ਼ਾਦ ਦਾ ਅਰਥ ਹੈ ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼। ਜਦੋਂ ਉਸਨੇ ਮੁਰਦੇ ਤੋਂ ਕੱਪੜਾ ਉਤਾਰਿਆ ਤੇ ਉਸ ਵਿੱਚੋਂ ਗੁਰੂ ਦੀ ਬਖਸ਼ਿਸ਼, ਗੁਰੂ ਦਾ ਪ੍ਰਸ਼ਾਦ ਉਸ ਨੂੰ ਨਜ਼ਰ ਆਇਆ, ਗੁਰੂ ਦੀ ਰਹਿਮਤ ਉਸ ਨੂੰ ਨਜ਼ਰ ਆਈ। ਉਸੇ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਲਹਿਣੇ ਨੂੰ ਆਪਣੇ ਪਿਆਰ ਦੀ ਗਲਵਕੜੀ ਵਿੱਚ ਲਿਆ ਤੇ ਸੀਨੇ ਨਾਲ ਲਾਇਆ। ਕਹਿਣ ਲੱਗੇ, ਭਾਈ ਲਹਿਣਿਆ ਅਸੀਂ ਤੇਰੇ ਤੇ ਖੁਸ਼ ਹਾਂ, ਤੂੰ ਮੰਗ ਜੋ ਮੰਗਣਾ ਹੈ। ਭਾਈ ਲਹਿਣੇ ਨੇ ਆਖਿਆ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੇ ਲਈ ਹੋਰ ਕੋਈ ਟਿਕਾਣਾ ਨਹੀਂ, ਬਸ ਆਪਣੇ ਚਰਨਾਂ ਵਿੱਚ, ਆਪਣੇ ਘਰ ਵਿੱਚ ਮੈਨੂੰ ਥਾਂ ਬਖਸ਼ਿਸ਼ ਕਰੀ ਰੱਖਣੀ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਰਾਂ ਦੇ ਘਰ ਆ ਕੇ ਕਹਿਣ ਲੱਗੇ, ਭਾਈ ਲਹਿਣਿਆ ਅਸੀਂ ਵੀ ਜਗ੍ਹਾ ਹੀ ਢੂੰਡਦੇ ਸਾਂ, ਅਸੀਂ ਵੀ ਟਿਕਾਣਾ ਹੀ ਲੱਭਦੇ ਸਾਂ, ਤੇ ਸਾਨੂੰ ਵੀ ਅੱਜ ਟਿਕਾਣਾ ਮਿਲ ਗਿਆ। ਭਾਈ ਲਹਿਣਿਆ ਜੇ ਤੂੰ ਗੁਰੂ ਦੇ ਨਾਲ ਇੰਨਾ ਪਿਆਰ ਕੀਤਾ ਹੈ, ਗੁਰੂ ਨੂੰ ਆਪਾ ਕੁਰਬਾਨ ਕਰ ਦਿੱਤਾ ਹੈ, ਮੁਰਦਾ ਖਾਣ ਤੋਂ ਵੀ ਪਰਹੇਜ਼ ਨਹੀਂ ਕੀਤਾ, ਤੇ ਹੁਣ ਗੁਰੂ ਤੇਰੇ ਵਿੱਚ ਵਸੇਗਾ, ਗੁਰੂ ਜੋ ਤੇਰੇ ਵਿੱਚ ਹਲੋਲ ਹੋਵੇਗੀ, ਹੁਣ ਗੁਰੂ ਤੇਰੇ ਵਿੱਚ ਬੈਠ ਕੇ ਦੁਨੀਆ ਦਾ ਪਰਉਪਕਾਰ ਕਰੇਗਾ। ਇਹ ਬਚਨ ਕਹਿ ਕੇ ਫਿਰ ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ। ਹੁਣ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਦੀ ਪੂਰਨ ਕਿਰਪਾ ਹੋਈ, ਜਿਹੜੇ ਗੁਰੂ ਨਾਨਕ ਦੇ ਦੂਜੇ
ਅਸਥਾਨ ਤੇ ਗੁਰੂ ਸਸ਼ੋਭਤ ਹੋਏ ਉਹਨਾਂ ਦੀ ਪਵਿੱਤਰ ਬਾਣੀ ਦੀ ਕਥਾ ਚੱਲ ਰਹੀ ਹੈ। ਮਾਝ ਰਾਗ ਦੀ ਵਾਰ ਦਾ ਇਹ 22ਵਾਂ ਸ਼ਲੋਕ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਸ਼ਲੋਕ ਉਚਾਰਨ ਕੀਤਾ ਹੈ, ਇਹਦੇ ਪਿੱਛੇ ਜੋ ਇੱਕ ਇਤਿਹਾਸਕ ਘਟਨਾ ਜੁੜੀ ਹੋਈ ਹੈ ਉਹਦੇ ਬਾਰੇ ਮਹਾਂਪੁਰਖ ਦੱਸਦੇ ਸਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਖਡੂਰ ਪਿੰਡ ਦੇ ਵਿੱਚ ਰਹਿੰਦੇ ਸਨ, ਜਿਨ੍ਹਾਂ ਦਾ 500 ਸਾਲਾ ਅਵਤਾਰ ਪੁਰਬ ਪਿੱਛੇ ਜੇ ਸੰਗਤਾਂ ਨੇ ਮਨਾਇਆ। ਉਸ ਖਡੂਰ ਪਿੰਡ ਦੇ ਵਿੱਚ ਇੱਕ ਕੋਈ ਜੰਤਰੀ ਮੰਤਰੀ ਤਪਾ ਵੀ ਰਹਿੰਦਾ ਸੀ। ਲੋਕ ਉਸ ਨੂੰ ਤਪਾ ਜੀ ਕਹਿ ਕੇ ਬੁਲਾਉਂਦੇ ਸਨ ਔਰ ਉਹ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਦਿਲੋਂ ਬਹੁਤ ਈਰਖਾ ਕਰਦਾ ਸੀ। ਉਹਦਾ ਕਾਰਨ ਇਹ ਸੀ, ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਖਡੂਰ ਦੇ ਵਿੱਚ ਆਏ, ਇਹਦੀ ਪੂਜਾ ਪ੍ਰਤਿਸ਼ਠਾ ਘਟ ਗਈ ਸੀ। ਲੋਕ ਸਿੱਖ ਬਣਨ ਲੱਗ ਪਏ, ਲੋਕ ਗੁਰੂ ਅੰਗਦ ਦੇਵ ਮਹਾਰਾਜ ਦੇ ਕੋਲ ਆਉਣ ਲੱਗ ਪਏ, ਭੇਟਾ ਪੂਜਾ ਵੀ ਗੁਰੂ ਨੂੰ ਅਰਪਣ ਹੋਣ ਲੱਗ ਪਈ। ਇਸ ਗੱਲ ਦੀ ਇਹਨੂੰ ਬੜੀ ਤਕਲੀਫ ਹੋਈ, ਬਈ ਇਹਨਾਂ ਦੇ ਆਉਣ ਦੇ ਨਾਲ ਮੇਰੀ ਮਾਨਤਾ, ਮੇਰੀ ਪੂਜਾ ਘਟ ਗਈ ਹੈ। ਫਿਰ ਇਹ ਹਮੇਸ਼ਾ ਕੋਈ ਨਾ ਕੋਈ ਇਹੋ ਜਿਹੀ ਸਕੀਮ ਸੋਚਦਾ, ਬਈ ਕੋਈ ਐਸਾ ਸਮਾਂ ਬਣੇ ਕਿ ਮੈਂ ਇਸ ਚੀਜ਼ ਦਾ ਬਦਲਾ ਲਵਾਂ। ਇੱਕ ਵਾਰ ਕੁਦਰਤ ਦਾ ਐਸਾ ਭਾਣਾ ਵਰਤਿਆ, ਮੀਂਹ ਨਾ ਪਿਆ। ਜਦੋਂ ਮੀਂਹ ਨਾ ਪਿਆ, ਜਿਹੜੇ ਪਿੰਡ ਦੇ ਲੋਕ ਤਪੇ ਨੂੰ ਆਪਣਾ ਗੁਰੂ ਮੰਨਦੇ ਸਨ, ਉਹ ਤਪੇ ਪਾਸ ਚਲੇ ਗਏ, ਕਿਉਂਕਿ ਜਿਹੜਾ ਕਿਸੇ ਨੂੰ ਮੰਨਦਾ ਉਹਦੇ ਕੋਲ ਹੀ ਤੇ ਜਾਣਾ ਹੁੰਦਾ। ਹੁਣ ਜਿਹੜੇ ਇਹਦੇ ਚੇਲੇ ਬਾਲੇ ਸਨ, ਉਹ ਤਪੇ ਨੂੰ ਜਾ ਕੇ ਕਹਿਣ ਲੱਗੇ, ਤਪਾ ਜੀ ਬੜੀ ਔੜ ਲੱਗੀ ਹੋਈ ਹੈ, ਕਾਲ ਦੀ ਸੰਭਾਵਨਾ ਬਣਦੀ ਜਾ ਰਹੀ ਹੈ, ਕੋਈ ਕਿਰਪਾ ਕਰੋ, ਮੀਂਹ ਪਵਾ ਦਿਓ। ਤਪੇ ਨੂੰ ਮਸਾਂ ਉਹ ਮੌਕਾ ਮਿਲਿਆ ਜਿਸ ਮੌਕੇ ਦੀ ਤਲਾਸ਼ ਵਿੱਚ ਸੀ। ਤਪੇ ਨੇ ਸੋਚ ਕੇ ਉਹਨਾਂ ਲੋਕਾਂ ਨੂੰ ਆਖਿਆ, ਉਹ ਮੀਂਹ ਕਿਵੇਂ ਪਵੇ? ਉਹ ਹੈਰਾਨ ਹੋਏ, ਕਹਿੰਦੇ ਕੀ ਗੱਲ, ਕੋਈ ਸਾਥੋਂ ਅਵਗਿਆ ਹੋ ਗਈ, ਕੋਈ ਸਾਥੋਂ ਪਾਪ ਹੋ ਗਿਆ ਹੈ? ਤਪੇ ਨੇ ਈਰਖਾ ਤੇ ਹੰਕਾਰ ਦੇ ਵਿੱਚ ਉਦੋਂ ਇਹ ਗੱਲ ਆਖੀ, ਕਹਿਣ ਲੱਗਾ, ਤੁਹਾਡੇ ਪਿੰਡ ਦੇ ਵਿੱਚ ਇੱਕ ਗ੍ਰਸਤੀ ਗੁਰੂ ਬਣ ਕੇ ਪੂਜਾ ਕਰਵਾ ਰਿਹਾ ਹੈ। ਗ੍ਰਸਤੀ ਕੋਈ ਗੁਰੂ ਨਹੀਂ ਬਣ ਸਕਦਾ, ਇਸ ਲਈ ਉਹ ਗ੍ਰਸਤੀ ਬਣ ਕੇ ਪੂਜਾ ਕਰਵਾ ਰਿਹਾ ਹੈ। ਜਿੰਨਾ ਚਿਰ ਤੱਕ ਉਹ ਤੁਹਾਡੇ ਪਿੰਡ ਵਿੱਚ ਹੈ, ਉਹਨਾਂ ਚਿਰ ਮੀਂਹ ਨਹੀਂ ਪਵੇਗਾ, ਚਾਹੇ ਜਿੰਨੇ ਮਰਜ਼ੀ ਯਤਨ ਕਰ ਲਵੋ। ਪਿੰਡਾਂ ਦੇ ਲੋਕ ਪੜ੍ਹੇ ਲਿਖੇ ਵੀ ਘੱਟ, ਤੇ ਕੁਛ ਆਮ ਤੌਰ ਤੇ ਇਹ ਵੀ ਗੱਲ ਸੁਣੀ ਜਾਂਦੀ ਹੈ, ਪਿੰਡਾਂ ਦੇ ਲੋਕ ਗਾਵਾਰ ਹੁੰਦੇ ਨੇ। ਗਾਵਾਰ ਮੂਰਖ ਨੂੰ ਵੀ ਕਹਿੰਦੇ ਨੇ। ਔਰ ਉਹਨਾਂ ਨੇ ਪੁੱਛਿਆ, ਤਪਾ ਜੀ ਉਹ ਕੌਣ ਹੈ? ਤਾਂ ਤਪੇ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗਾ, ਉਹ ਹੈ ਭਾਈ ਲਹਿਣਾ, ਜਿਹੜਾ ਹੁਣ ਗੁਰੂ ਬਣ ਕੇ ਗੁਰੂ ਅੰਗਦ ਦੇਵ ਸਦਵਾਰਿਆ ਹੈ। ਤੇ ਜਦੋਂ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ, ਕਹਿੰਦੇ ਅੱਛਾ ਇਹ ਗੱਲ ਹੈ? ਉਹ ਕਹਿੰਦਾ ਹੋਰ ਕੀ। ਉਸੇ ਵੇਲੇ ਪਿੰਡ ਦੇ ਮੂਰਖ ਲੋਕ ਇਕੱਠੇ ਹੋਏ ਤੇ ਇੱਕ ਕਾਫਲਾ ਬਣਾ ਕੇ, ਜਥਾ ਬਣਾ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਚਲੇ ਗਏ ਤੇ ਜਾ ਕੇ ਕਹਿਣ ਲੱਗੇ, ਮਹਾਰਾਜ ਅਸੀਂ ਕੋਈ ਤੁਹਾਡੇ ਨਾਲ ਬਚਨ ਕਰਨਾ ਹੈ। ਗੁਰੂ ਮਹਾਰਾਜ ਕਹਿੰਦੇ, ਭਾਈ ਆਓ, ਤੁਸੀਂ ਤਾਂ ਪਹਿਲੀ ਵਾਰੀ ਹੀ ਆਏ ਹੋ, ਦੱਸੋ ਕੀ ਫਰਮਾਨ ਲੈ ਕੇ ਆਏ ਹੋ, ਕੀ ਕਹਿਣਾ ਚਾਹੁੰਦੇ ਹੋ? ਤਾਂ ਉਹਨਾਂ ਨੇ ਕੁਛ ਡਰਦਿਆਂ ਹੋਇਆਂ ਮਲਵੀ ਜੀ ਜ਼ੁਬਾਨ ਦੇ ਵਿੱਚ ਆਖਿਆ, ਕਹਿੰਦੇ ਮਹਾਰਾਜ ਮੀਂਹ ਨਹੀਂ ਪੈ ਰਿਹਾ, ਅਸੀਂ ਆਪਣੇ ਤਪੇ ਗੁਰੂ ਦੇ ਕੋਲ ਗਏ ਸਾਂ, ਉਸਨੇ ਇਹ ਗੱਲ ਆਖੀ ਹੈ, ਜਿੰਨਾ ਚਿਰ ਤੱਕ ਕੋਈ ਗ੍ਰਸਤੀ ਹੋ ਕੇ ਗੁਰੂ ਬਣ ਕੇ ਪੂਜਾ ਕਰਵਾਏਗਾ, ਉਹਨਾਂ ਚਿਰ ਮੀਂਹ ਨਹੀਂ ਪੈ ਸਕਦਾ। ਇਸ ਲਈ ਅਸੀਂ ਸਾਰੇ ਪਿੰਡ ਦੇ ਲੋਕ ਤੁਹਾਨੂੰ ਕਹਿਣ ਵਾਸਤੇ ਆਏ ਹਾਂ, ਬਈ ਤੁਸੀਂ ਸਾਡਾ ਪਿੰਡ ਛੱਡ ਜਾਵੋ। ਹੁਣ ਜਦੋਂ ਇਹ ਗੱਲ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣੀ, ਇਹਨਾਂ ਦੀ ਮੂਰਖਤਾ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੈਰਾਨੀ ਵੀ ਹੋਈ ਤੇ ਕਹਿਣ ਲੱਗੇ, ਭਾਈ
ਮੀਂਹ ਤਾਂ ਅੱਗੇ ਵੀ ਪੈ ਜਾਂਦਾ ਸੀ, ਇਹ ਤੇ ਰੱਬ ਦੀ ਮਰਜ਼ੀ ਹੈ। ਮੀਂਹ ਪਾਉਣਾ ਨਾ ਪਾਉਣਾ ਇਹ ਉਹਦੇ ਹੁਕਮ ਦੀ ਗੱਲ ਹੈ, ਪਾਣੀ ਦੀ ਖੇਡ ਹੈ। ਇਹਦੇ ਵਿੱਚ ਸਾਡਾ ਕੀ ਕਸੂਰ ਹੈ? ਕਹਿੰਦੇ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ, ਜੋ ਕੁਝ ਸਾਡੇ ਤਪੇ ਗੁਰੂ ਨੇ ਕਹਿ ਦਿੱਤਾ ਹੁਣ ਤੇ ਉਹੀ ਹੋਵੇਗਾ। ਸਤਿਗੁਰੂ ਸੇਵਾਦਾਰਾਂ ਨੂੰ ਕਹਿਣ ਲੱਗੇ, ਚੰਗਾ ਭਾਈ, ਜੇ ਸਾਡੇ ਵਸਣ ਦੇ ਨਾਲ ਇਹਨਾਂ ਦਾ ਕੋਈ ਨੁਕਸਾਨ ਹੈ, ਚਲੋ ਆਪਾਂ ਇਹਨਾਂ ਦਾ ਪਿੰਡ ਛੱਡ ਕੇ ਕਿਧਰੇ ਹੋਰ ਚਲੇ ਜਾਂਦੇ ਹਾਂ। ਕਿਉਂਕਿ ਜਿਹੜੇ ਸਾਧੂ ਲੋਕ ਹੁੰਦੇ ਨੇ ਉਹਨਾਂ ਨੂੰ ਤੇ ਕੋਈ ਦਾਵਾ ਹੁੰਦਾ ਹੀ ਨਹੀਂ, ਉਹ ਤੇ ਦਾਅਵੇ ਤੋਂ ਬਿਨਾਂ ਹੀ ਰਹਿੰਦੇ ਨੇ। ਉਸੇ ਵੇਲੇ ਗੁਰੂ ਮਹਾਰਾਜ ਨੇ ਤਿਆਰੀ ਕੀਤੀ, ਕੁਝ ਜਿਹੜੇ ਖਾਸ ਸੇਵਾਦਾਰ ਸਨ ਉਹਨਾਂ ਨੂੰ ਨਾਲ ਲਿਆ। ਪਿੰਡ ਤੋਂ ਬਾਹਰ, ਪਿੰਡ ਦੀ ਜੂਹ ਤੋਂ ਬਾਹਰ ਇੱਕ ਚਿੜੀ ਸੀ, ਇੱਕ ਜੰਗਲ ਸੀ, ਉਹਦੇ ਵਿੱਚ ਗੁਰੂ ਮਹਾਰਾਜ ਨੇ ਜਾ ਕੇ ਆਸਣ ਲਾ ਲਿਆ। ਔਰ ਉਹ ਕਈ ਪਿੰਡਾਂ ਦੀ ਸਾਂਝੀ ਧਰਤੀ ਸੀ। ਲੋਕਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਉੱਥੇ ਆ ਕੇ ਚਰਨ ਪਾਓ। ਉਹ ਹੁਣ ਉਸ ਝੜੀ ਨੂੰ ਭਾਗ ਲੱਗੇ। ਹੁਣ ਕੁਝ ਸਮਾਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਗਿਆਨ ਹੋਇਆ। ਉਧਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹਾਲੇ ਸਿੱਖ ਰੂਪ ਦੇ ਵਿੱਚ ਸੇਵਾ ਕਰ ਰਹੇ ਸਨ। ਗੁਰੂ ਦੇ ਹੁਕਮ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਵਸਾਰੇ ਸਨ। ਕਦੀ ਕਦੀ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਵੀ ਆ ਜਾਂਦੇ। ਅਚਾਨਕ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਖਡੂਰ ਸਾਹਿਬ ਆ ਗਏ। ਉੱਥੇ ਆ ਕੇ ਲੋਕਾਂ ਨੂੰ ਪੁੱਛਿਆ ਵੀ ਗੁਰੂ ਮਹਾਰਾਜ ਕਿੱਥੇ ਨੇ? ਤੇ ਜਿਹੜੇ ਗੁਰੂ ਮਹਾਰਾਜ ਦੇ ਸ਼ਰਧਾਲੂ ਸਨ ਉਹਨਾਂ ਨੇ ਦੱਸਿਆ ਵੀ ਪਿੰਡ ਵਾਲੇ ਮੂਰਖ ਲੋਕਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿੰਡੋਂ ਕੱਢ ਦਿੱਤਾ। ਗੁਰੂ ਅਮਰਦਾਸ ਮਹਾਰਾਜ ਦਾ ਮਨ ਬਹੁਤ ਵਿਆਕੁਲ ਹੋਇਆ। ਕਹਿਣ ਲੱਗੇ ਕਾਰਨ ਕੀ ਸੀ? ਤਾਂ ਉਹਨਾਂ ਕਾਰਨ ਦੱਸਿਆ ਵੀ ਇੱਥੇ ਪਿੰਡ ਵਿੱਚ ਇੱਕ ਤਪਾ ਰਹਿੰਦਾ ਹੈ, ਉਹ ਵੀ ਗੁਰੂ ਸਦਵਾਉਂਦਾ ਸੀ। ਉਸਨੇ ਈਰਖਾ ਵਸ਼ ਲੋਕਾਂ ਨੂੰ ਚੁੱਕ ਦਿੱਤਾ ਬਈ ਤੁਸੀਂ ਗੁਰੂ ਅੰਗਦ ਦੇ ਮਹਾਰਾਜ ਨੂੰ ਪਿੰਡੋਂ ਬਾਹਰ ਭੇਜ ਦਿਓ ਤਾਂ ਮੀਂਹ ਪੈ ਸਕਦਾ ਹੈ। ਇਸ ਲਈ ਮੀਂਹ ਦਾ ਬਹਾਨਾ ਬਣਾ ਕੇ ਤਪੇ ਨੇ ਆਪਣੀ ਈਰਖਾ ਤੇ ਦੁਆਸ਼ ਦਾ ਬਦਲਾ ਲਿਆ ਹੈ। ਇਸ ਲਈ ਹੁਣ ਅੱਗੇ ਤੁਸੀਂ ਜਾਣੋ ਤੇ ਗੁਰੂ ਜਾਣਨ। ਅਸੀਂ ਸੱਚੀ ਸੱਚੀ ਗੱਲ ਤੁਹਾਨੂੰ ਦੱਸ ਦਿੱਤੀ ਹੈ। ਗੁਰੂ ਅਮਰਦਾਸ ਮਹਾਰਾਜ ਦਾ ਮਨ ਭਾਵੇਂ ਸ਼ਾਂਤ ਸੀ, ਪਰ ਗੁਰੂ ਦੀ ਅਵਗਿਆ ਸੁਣ ਕੇ ਮਨ ਅਸ਼ਾਂਤ ਹੋਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਪਿੰਡ ਦੇ ਪਤਵੰਤੇ ਸਨ, ਪਿੰਡ ਦੇ ਮੁਖੀਏ ਸਨ, ਜਿਨ੍ਹਾਂ ਨੇ ਗੁਰੂ ਮਹਾਰਾਜ ਨੂੰ ਵੀ ਪਿੰਡੋਂ ਬਾਹਰ ਜਾਣ ਦੇ ਲਈ ਹੁਕਮ ਚਾੜਿਆ ਸੀ, ਉਹਨਾਂ ਨੂੰ ਸੱਦ ਲਿਆ। ਉਹਨਾਂ ਨੂੰ ਸੱਦ ਕੇ ਕਹਿਣ ਲੱਗੇ, ਭਾਈ ਕੀ ਗੱਲ ਹੈ? ਤੁਸੀਂ ਗੁਰੂ ਮਹਾਰਾਜ ਨੂੰ ਇੱਥੋਂ ਪਿੰਡੋਂ ਤੋਰ ਦਿੱਤਾ ਹੈ, ਕੀ ਹੁਣ ਮੀਂਹ ਪੈ ਗਿਆ? ਤੇ ਜਦੋਂ ਇਹ ਗੱਲ ਆਖੀ ਤੇ ਉਹਨਾਂ ਲੋਕਾਂ ਨੇ ਨੀਵੀਂ ਪਾਈ, ਕਹਿੰਦੇ ਜੀ ਮੀਂਹ ਤੇ ਨਹੀਂ ਪਿਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਸੱਚੇ ਗੁਰੂ ਦੀ ਅਵਗਿਆ ਤੁਸੀਂ ਕਰੋਗੇ ਤੇ ਫਿਰ ਮੀਂਹ ਕਿਵੇਂ ਪੈ ਸਕਦਾ? ਫਿਰ ਉਹ ਹੈਰਾਨ ਹੋਏ। ਕਹਿੰਦੇ ਸਾਡਾ ਤਪਾ ਕਹਿੰਦਾ ਸੀ ਮੈਂ ਮੀਂਹ ਪਵਾ ਦੇਵਾਂਗਾ। ਕਹਿੰਦੇ ਜਾਓ, ਜਾ ਕੇ ਇੱਕ ਅਸੀਂ ਹੋਰ ਚਾਂਸ ਦਿੰਨੇ ਆ, ਤੁਸੀਂ ਆਪਣੇ ਗੁਰੂ ਨੂੰ ਜਾ ਕੇ ਪੁੱਛ ਲਵੋ, ਜੇ ਤੇ ਉਹ ਮੀਂਹ ਪਵਾ ਸਕਦਾ ਪਵਾ ਦੇਵੇ, ਤੇ ਨਹੀਂ ਫਿਰ ਅਸੀਂ ਮੀਂਹ ਪਵਾਵਾਂਗੇ। ਹੁਣ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਸਿੱਖੀ ਸਨ ਉਸ ਵੇਲੇ, ਸਿੱਖਾਂ ਵਿੱਚ ਵੀ ਇਹ ਸ਼ਕਤੀ ਹੈ, ਉਹ ਜੋ ਵੀ ਕੁਝ ਕਹਿਣ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਵੇਂ ਹੋ ਜਾਂਦਾ। ਹੁਣ ਲੋਕਾਂ ਨੂੰ ਤੇ ਮੀਂਹ ਚਾਹੀਦਾ ਸੀ। ਇੱਕ ਮਾਲਵੇ ਦੀ ਕਹਾਵਤ ਹੈ, ਗਊ ਪਨਾਵੇ ਜਉ ਭਾਵੇਂ ਅੱਲੇ ਹੋਣ। ਹੁਣ ਇਹਨਾਂ ਨੇ ਕੀ ਕੀਤਾ, ਜਾ ਕੇ ਆਪਣੇ ਤਪੇ ਗੁਰੂ ਨੂੰ ਜਾ ਕੇ ਕਹਿਣ ਲੱਗੇ, ਤਪਾ ਜੀ ਮੀਂਹ ਪਵਾਓ। ਉਹ ਕਹਿਣ ਲੱਗਾ ਕੋਈ ਨਹੀਂ, ਆਪਾਂ ਕੋਈ ਜੰਤਰ ਮੰਤਰ ਕਰਦੇ ਆ, ਕੋਈ ਰਾਸ਼ਨ ਪਾਣੀ ਇਕੱਠਾ ਕਰੋ, ਜੱਗ ਕਰਾਂਗੇ ਤੇ ਫਿਰ ਮੀਂਹ ਪੈ ਜਾਵੇਗਾ। ਉਹਨਾਂ ਨੇ ਉਸ ਤਰ੍ਹਾਂ ਵੀ ਕੀਤਾ, ਪਰ ਮੀਂਹ ਫਿਰ ਵੀ ਨਾ ਪਿਆ। ਫਿਰ ਉਹ ਕਹਿਣ ਲੱਗੇ, ਮਹਾਰਾਜ ਜਾਂ ਤੇ ਮੀਂਹ ਪਵਾਓ ਤੇ ਜਾਂ ਫਿਰ ਅਸੀਂ ਕਿਸੇ ਨੂੰ ਹੋਰ ਸੱਦ ਕੇ ਆਪਣਾ ਪ੍ਰਯੋਜਨ ਸਿੱਧ ਕਰੀਏ। ਉਹ ਤਪਾ ਗੁਰੂ ਹੁਣ ਜਿਹੜਾ ਝੂਠਾ ਤੇ ਪਖੰਡੀ ਆਦਮੀ ਸੀ, ਹੁਣ ਉਹਦੇ ਹੱਥ ਪੱਲੇ ਦਾ ਕੁਛ ਨਹੀਂ ਸੀ, ਤੇ ਲੋਕਾਂ ਨੂੰ ਖਿੱਚ ਕੇ ਕਹਿਣ ਲੱਗਾ, ਕਹਿੰਦਾ ਹੁਣ ਮੀਂਹ ਮੇਰੀ ਮੁੱਠੀ ਵਿੱਚ ਫੜਿਆ ਹੋਇਆ,
ਮੀਂਹ ਹੌਲੀ ਹੌਲੀ ਪੈ ਜਾਵੇਗਾ, ਮੈਂ ਕੁਝ ਨਹੀਂ ਕਰ ਸਕਦਾ। ਤੇ ਫਿਰ ਉਹ ਗੁਰੂ ਮਹਾਰਾਜ ਦੇ ਕੋਲ ਆਏ, ਕਹਿੰਦੇ ਮਹਾਰਾਜ ਤਪਾ ਤੇ ਹੁਣ ਇਉਂ ਕੁਛ ਔਖਾ ਬੋਲ ਰਿਹਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਉਸਨੇ ਗੁਰੂ ਮਹਾਰਾਜ ਨੂੰ ਪਿੰਡੋਂ ਬਾਹਰ ਕੱਢਿਆ ਤੇ ਹੁਣ ਅਸੀਂ ਇਹਦਾ ਤੁਹਾਨੂੰ ਪ੍ਰਤੱਖ ਇੱਕ ਜਲਵਾ ਦਿਖਾਉਣ ਲੱਗੇ ਹਾਂ। ਤੁਸੀਂ ਜਾਓ ਆਪਣੇ ਤਪੇ ਦੇ ਕੋਲ ਤੇ ਉਹਨੂੰ ਜਾ ਕੇ ਕਹੋ ਜਾਂ ਤੇ ਮੀਂਹ ਪਵਾ, ਤੇ ਜੇ ਉਹ ਨਹੀਂ ਪਵਾ ਸਕਦਾ ਤੇ ਸਾਡਾ ਬਚਨ ਮੰਨਿਓ, ਤੁਸੀਂ ਬਾਹਾਂ ਤੋਂ ਫੜ ਕੇ ਜ਼ਬਰਦਸਤੀ ਖਿੱਚ ਧੂ ਕੇ ਉਹਨੂੰ ਬਾਹਰ ਲੈ ਆਇਓ ਘਰ ਤੋਂ, ਤੇ ਫਿਰ ਦੇਖਿਓ ਉਸੇ ਵੇਲੇ ਬੱਦਲ ਚੜ੍ਹ ਕੇ ਆਵੇਗਾ। ਤੇ ਲੋਕਾਂ ਨੂੰ ਤੇ ਮੀਂਹ ਚਾਹੀਦਾ ਸੀ। ਉਹਨਾਂ ਨੇ ਪਹਿਲਾਂ ਤੇ ਜਾ ਕੇ ਤਪੇ ਨੂੰ ਥੋੜਾ ਜਿਹਾ ਚਲੋ ਠਰਮੇ ਦੇ ਨਾਲ ਹੀ ਆਖਿਆ, ਤਪਾ ਜੀ ਮੀਂਹ ਪਵਾਓ। ਉਹ ਹੁਣ ਕਿੱਥੋਂ ਪਵਾਵੇ, ਹੈ ਤੇ ਪਖੰਡੀ ਸੀ, ਝੂਠਾ ਆਦਮੀ ਸੀ। ਜਦੋਂ ਮੀਂਹ ਨਾ ਪੈ ਸਕਿਆ ਤੇ ਫਿਰ ਲੋਕਾਂ ਨੇ ਬਾਹਾਂ ਤੋਂ ਫੜ ਕੇ ਬਾਹਰ ਖਿੱਚ ਲਿਆ, ਤੇ ਜਦੋਂ ਉਸ ਨੂੰ ਦਰਵਾਜ਼ੇ ਵਿੱਚ ਲੈ ਕੇ ਆਏ ਉਸੇ ਵੇਲੇ ਬੱਦਲ ਚੜ੍ਹ ਕੇ ਵੀ ਆ ਗਿਆ। ਕਹਿੰਦੇ ਲੈ ਵੀ ਬਾਬਾ ਅਮਰਦਾਸ ਜੀ ਦੇ ਬਚਨ ਸੱਚੇ ਹੋ ਰਹੇ ਨੇ, ਗੁਰੂ ਦੇ ਸਿੱਖ ਦੇ ਬਚਨ ਸੱਚੇ ਹੋ ਰਹੇ ਨੇ। ਤੇ ਸਤਿਗੁਰੂ ਨੂੰ ਕਹਿਣ ਲੱਗੇ, ਦੱਸੋ ਮਹਾਰਾਜ ਹੁਣ ਮੀਂਹ ਤੇ ਆ ਗਿਆ ਤੇ ਹੁਣ ਸਾਰੇ ਲੋਕਾਂ ਦੇ ਖੇਤ ਸੁੱਕੇ ਹੋਏ ਨੇ, ਚਾਹੁੰਦੇ ਸਾਰੇ ਨੇ ਵੀ ਸਾਡੇ ਖੇਤਾਂ ਵਿੱਚ ਮੀਂਹ ਪੈ ਜਾਵੇ, ਤੇ ਹੁਣ ਦੱਸੋ ਇਹ ਸਾਰਿਆਂ ਦੀ ਇੱਛਾ ਕਿਵੇਂ ਪੂਰੀ ਹੋ ਸਕਦੀ ਹੈ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹਿ ਦਿੱਤਾ ਵੀ ਜਿੱਥੇ ਜਿੱਥੇ ਤੁਹਾਡੇ ਤਪੇ ਦੇ ਪੈਰ ਪੈਣਗੇ ਔਰ ਉੱਥੇ ਹੀ ਮੀਂਹ ਪਵੇਗਾ। ਹੁਣ ਜੱਟ ਤੁਹਾਨੂੰ ਪਤਾ ਹੈ ਪਾਣੀ ਪਿੱਛੇ ਲੜ ਪੈਂਦੇ ਨੇ। ਉਹ ਜਿਹੜੇ ਚੌਧਰੀ ਸੀ ਉਹ ਕਹਿੰਦੇ ਅਸੀਂ ਆਪਣੇ ਖੇਤ ਵਿੱਚ ਪਹਿਲਾਂ ਲੈ ਜਾਈਏ, ਦੂਜਾ ਕਹੇ ਅਸੀਂ ਲੈ ਜਾਈਏ। ਖਿੱਚ ਧੂ ਦੇ ਵਿੱਚ ਤਪੇ ਦਾ ਬੁਰਾ ਹਾਲ ਹੋ ਗਿਆ। ਤੇ ਫਿਰ ਉਸ ਤੋਂ ਬਾਅਦ ਜਿਹੜੇ ਦੂਸਰੇ ਲੋਕ ਸਨ ਉਹ ਕਹਿੰਦੇ ਵੀ ਸਾਡੇ ਖੇਤ ਤਾਂ ਬੜੀ ਦੂਰ ਦੂਰ ਨੇ, ਉੱਥੇ ਤਪਾ ਕਿਵੇਂ ਜਾਵੇਗਾ। ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਦੇ ਵਿੱਚ ਲਿਖਿਆ ਹੈ, ਤੇ ਉਹਨਾਂ ਨੇ ਫਿਰ ਤਪੇ ਨੂੰ ਰੱਸਾ ਪਾ ਕੇ ਤੇ ਬਲਦਾਂ ਦੇ ਮਗਰ ਬੰਨ੍ਹ ਲਿਆ, ਤੇ ਬਲਦਾਂ ਨੂੰ ਭਜਾ ਕੇ ਤੇ ਤਪੇ ਨੂੰ ਘਸੀੜ ਕੇ ਫਿਰ ਆਪਣੇ ਖੇਤਾਂ ਵਿੱਚ ਜੱਟ ਲੈ ਗਏ। ਜਿੱਥੇ ਜਿੱਥੇ ਤਪੇ ਨੂੰ ਧੂ ਕੇ ਖਿੱਚ ਕੇ ਲਿਜਾਂਦੇ ਨੇ ਉੱਥੇ ਮੀਂਹ ਪਈ ਜਾਂਦਾ ਹੈ। ਲੋਕ ਬੜੇ ਖੁਸ਼ ਵੀ ਨੇ ਤੇ ਬੜੇ ਹੈਰਾਨ ਵੀ ਨੇ। ਕਹਿੰਦੇ ਬਈ ਇਹ ਤੇ ਬੜਾ ਪਖੰਡੀ ਸੀ, ਇਹ ਤੇ ਬੜਾ ਝੂਠਾ ਬੰਦਾ ਸੀ, ਇਸਨੇ ਸਾਡੇ ਕੋਲੋਂ ਬੜਾ ਪਾਪ ਵੀ ਕਰਵਾਇਆ ਹੈ, ਪਰ ਇਹਦੇ ਪੱਲੇ ਕੱਖ ਨਹੀਂ ਸੀ। ਵੀ ਹੁਣ ਦੇਖੋ ਬਾਬਾ ਅਮਰਦਾਸ ਜੀ ਜਿਹੜੇ ਗੁਰੂ ਨਾਨਕ ਦੇ ਸਿੱਖ ਨੇ, ਗੁਰੂ ਅੰਗਦ ਦੇ ਪੈਰੋਕਾਰ ਨੇ, ਉਹਨਾਂ ਦੇ ਬਚਨ ਅੱਜ ਸੱਚੇ ਹੋ ਰਹੇ ਨੇ। ਤੇ ਫਿਰ ਸ਼੍ਰੀ ਗੁਰਪ੍ਰਤਾਪ ਸੂਰਜ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਇਹ ਵੀ ਲਿਖਿਆ ਹੈ, ਜਦੋਂ ਕੁਝ ਲੋਕ ਰਹਿ ਗਏ ਕਹਿੰਦੇ ਮਹਾਰਾਜ ਸਾਡੇ ਖੇਤ ਤਾਂ ਸੁੱਕੇ ਹੀ ਰਹਿ ਜਾਣਗੇ, ਸਾਨੂੰ ਤੇ ਮੌਕਾ ਹੀ ਨਹੀਂ ਮਿਲੇਗਾ। ਜਿਹੜੇ ਗਰੀਬ ਲੋਕ ਸਨ ਉਹਨਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਤਾਂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਤੁਹਾਡੇ ਤਪੇ ਦਾ ਸਰੀਰ ਬਹੁਤ ਪਵਿੱਤਰ ਹੈ, ਜਿੱਥੇ ਇਹਦਾ ਕੋਈ ਵੀ ਅੰਗ ਚਲਿਆ ਜਾਵੇਗਾ ਉੱਥੇ ਵੀ ਮੀਂਹ ਪੈ ਜਾਵੇਗਾ। ਲੋਕਾਂ ਨੇ ਲੱਤਾਂ ਬਾਹਾਂ ਭੰਨ ਲਈਆਂ, ਕਿਸੇ ਨੇ ਬਾਂਹ ਵੱਢ ਲਈ, ਕਿਸੇ ਨੇ ਲੱਤ ਵੱਢ ਲਈ। ਫਿਰ ਜਿੱਥੇ ਕਿਸੇ ਦੀ ਵਾਹ ਸੀ ਤੇ ਉਹ ਲੈ ਕੇ ਚਲਾ ਗਿਆ, ਤੇ ਸਾਰੇ ਪਿੰਡ ਦੇ ਵਿੱਚ ਬਸ ਮੀਂਹ ਪੈਣਾ ਸ਼ੁਰੂ ਹੋ ਗਿਆ। ਸਾਰੇ ਥਾਵਾਂ ਤੇ ਬਸ ਪਾਣੀ ਹੀ ਪਾਣੀ, ਜਲ ਥਲ ਇੱਕ ਹੀ ਹੋ ਗਿਆ, ਤੇ ਲੋਕ ਬੜੇ ਖੁਸ਼ ਹੋਏ। ਤੇ ਸਾਰੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਪੂਰਵਜ ਮੰਨਣ ਲੱਗ ਪਏ। ਤੇ ਜਦੋਂ ਮੀਂਹ ਪਿਆ ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਨੇ ਸਾਰੇ ਪਿੰਡ ਵਾਸੀਆਂ ਨੂੰ ਇਕੱਠੇ ਕਰਕੇ ਆਖਿਆ, ਕਹਿਣ ਲੱਗੇ ਭਲਿਓ ਲੋਕੋ, ਤੁਸੀਂ ਕਿੱਡਾ ਵੱਡਾ ਪਾਪ ਕੀਤਾ ਹੈ। ਤੁਸੀਂ ਸੱਚੇ ਸਤਿਗੁਰੂ ਨੂੰ ਪਿੰਡੋਂ ਬਾਹਰ ਕੱਢ ਦਿੱਤਾ ਹੈ, ਤੇ ਹੁਣ ਤੁਸੀਂ ਝੂਠੇ ਪਖੰਡੀਆਂ ਦੇ ਮਗਰ ਲਾ ਕੇ ਮੀਂਹ ਦੀ ਆਸ ਕਰ ਰਹੇ ਸੀ, ਪਰ ਜੇ ਅਸੀਂ ਨਾ ਆਉਂਦੇ ਤੇ ਕਦੀ ਮੀਂਹ ਨਹੀਂ ਸੀ ਪੈ ਸਕਦਾ। ਆਓ ਹੁਣ ਸਤਿਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਭੁੱਲਾਂ ਬਖਸ਼ਾਈਏ। ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਦੇ ਕੋਲ ਚਲੇ ਗਏ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਇੰਨੇ ਦਿਆਲੂ, ਕਿਰਪਾਲੂ ਤੇ ਅਜਰ ਨੂੰ ਜਰਨ ਵਾਲੇ ਇੱਕ ਮਹਾਨ ਸਤਿਗੁਰੂ ਸਨ। ਤੇ ਉਹਨਾਂ ਨੇ ਜਦੋਂ ਗੁਰੂ ਅਮਰਦਾਸ ਮਹਾਰਾਜ ਗਏ ਤੇ ਉਹਨਾਂ ਵੱਲ ਪਿੱਠ ਕਰ ਲਈ, ਤੇ ਸਾਰੇ ਲੋਕ ਹੈਰਾਨ ਹੋਏ। ਕਹਿੰਦੇ ਵੀ ਸ਼ਾਇਦ
ਸਾਡੇ ਕਰਕੇ ਇਹ ਭਾਣਾ ਵਰਤਿਆ ਹੈ। ਗੁਰੂ ਮਹਾਰਾਜ ਸਾਡੇ ਤੇ ਨਾਰਾਜ਼ ਨੇ ਕਿਉਂਕਿ ਅਸਾਂ ਇਹਨਾਂ ਨੂੰ ਪਿੰਡੋਂ ਬਾਹਰ ਕੱਢਿਆ ਸੀ। ਪਰ ਉਹਨਾਂ ਨੂੰ ਕੀ ਪਤਾ ਸੀ ਵੀ ਗੁਰੂ ਮਹਾਰਾਜ ਆਪਣੇ ਸੇਵਕ ਨੂੰ ਕੀ ਸਿੱਖਿਆ ਦੇਣਾ ਚਾਹੁੰਦੇ ਨੇ। ਅਖੀਰ ਗੁਰੂ ਅਮਰਦਾਸ ਮਹਾਰਾਜ ਨੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਕਿਰਪਾ ਕਰੋ, ਜੇ ਸਾਥੋਂ ਕੋਈ ਭੁੱਲ ਹੋ ਗਈ ਹੈ ਸਾਨੂੰ ਮਾਫ ਕਰ ਦਿਓ। ਤਾਂ ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਬਈ ਤੁਸੀਂ ਜੋ ਕੁਝ ਕਰਕੇ ਆਏ ਹੋ ਉਹ ਠੀਕ ਨਹੀਂ ਕੀਤਾ। ਤੁਸੀਂ ਆਪਣੀ ਸ਼ਕਤੀ ਨਾਲ, ਆਪਣੀ ਕਰਾਮਾਤ ਦੇ ਨਾਲ ਮੀਂਹ ਪਵਾਇਆ ਹੈ, ਇਹ ਕੰਮ ਤੁਸੀਂ ਚੰਗਾ ਨਹੀਂ ਕੀਤਾ। ਦੂਸਰੀ ਗੱਲ, ਤੁਸੀਂ ਜਿਹੜੀ ਉਹ ਤਪੇ ਨੂੰ ਸਜ਼ਾ ਦਿੱਤੀ ਹੈ, ਕਿਸੇ ਦੇ ਕਰਮ ਦਾ ਫਲ ਦੇਣ ਦਾ ਹੱਕ ਵਾਹਿਗੁਰੂ ਅਕਾਲ ਪੁਰਖ ਨੂੰ ਹੈ। ਉਹ ਸਾਰੇ ਜੀਵਾਂ ਦਾ ਕਰਮ ਫਲ ਪ੍ਰਦਾਤਾ ਵੀ ਹੈ। ਤੇ ਤੁਸੀਂ ਰੱਬੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਤੇ ਤੁਸਾਂ ਉਸ ਤਪੇ ਨੂੰ ਸਜ਼ਾ ਵੀ ਦਵਾਈ ਤੇ ਨਾਲ ਮੀਂਹ ਵੀ ਪਵਾਇਆ। ਦੋਵੇਂ ਗੱਲਾਂ ਤੁਸਾਂ ਗਲਤ ਕੀਤੀਆਂ ਨੇ।